गुरु प्यारी गुरु सवारी साध संगत जीओ। सलोक महला 9वां दी लड़ीवार विचार दे भाग तीजे दी आरंभता तो पहला फतेह नाल पाओ सांझ। वाहिगुरू जी का खालसा वाहिगुरू जी की फतेह। पिछली वीडियो दे विच सलोक महला 9वां बाणी विचों दो सलोकां दी आपां विचार कीती है। सलोक पहला अते सलोक दूजा विचारिया है। अज भाग तीजे अंदर सलोक तीजा अते सलोक चौथे दी विचार करांगे। बेनती करां जदों भी इस बाणी नूं तुसीं पढ़ो या सुनो तां अपना मन सामने कर लेना। ਇਹ ਬਾਣੀ ਦੇ ਰਾਹੀਂ ਮਨ ਦੇ ਨਾਲ ਟਾਕਿੰਗ, ਮਨ ਦੇ ਨਾਲ ਗੱਲਬਾਤ ਕਰਨਾ, ਤਾਂ ਕਿ ਇਸ ਬਾਣੀ ਦੇ ਅੰਦਰ ਦਿੱਤਾ ਹੋਇਆ ਸੁਨੇਹਾ, ਦਿੱਤਾ ਹੋਇਆ ਮੈਸੇਜ ਮੇਰੇ ਹਿਰਦੇ ਤੱਕ ਪਹੁੰਚ ਸਕੇ। ਤੇ ਜਦੋਂ ਮੇਰੇ ਹਿਰਦੇ ਤੱਕ ਇਹ ਮੈਸੇਜ ਪਹੁੰਚੇਗਾ, ਇਹ ਸੁਨੇਹਾ ਪਹੁੰਚੇਗਾ, ਤਾਂ ਮੈਨੂੰ ਜੀਵਨ ਦਾ ਮਨੋਰਥ ਪਤਾ ਲੱਗੇਗਾ। ਮੇਰੇ ਜੀਵਨ ਦਾ ਮਨੋਰਥ ਪੂਰਾ ਹੋ ਸਕਦਾ ਹੈ। ਸੋ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਿਵੇਂ ਦੂਸਰੇ ਸਲੋਕ ਵਿੱਚ ਬਚਨ ਕੀਤੇ ਨੇ, ਕਿਉਂ ਮਨਾ ਕਿਉਂ ਵਿਖਿਆਨ ਦੇ ਨਾਲ ਜ਼ਹਿਰੀਲੇ ਪਦਾਰਥਾਂ ਵਿੱਚ ਰਚਿਆ ਹੋਇਆ ਤੇ ਨਿਮਕ ਮਾਤਰ ਸਮਾਂ ਵੀ ਉਹਦੇ ਵੱਲੋਂ ਉਦਾਸ ਨਹੀਂ ਹੁੰਦਾ, ਉਪਰਾਮ ਨਹੀਂ ਹੁੰਦਾ। ਆਖ ਨਾਨਕ ਓਏ ਮਨਾ ਯਾਦ ਕਰ ਉਸ ਹਰੀ ਨੂੰ, ਤਾਂ ਕਿ ਤੈਨੂੰ ਆ ਜਮਾਂ ਦੀ ਵਿਕਾਰਾਂ ਦੀ ਫਾਹੀ ਨਾ ਪਵੇ। ਇਹ ਜਮਾਂ ਦੀ ਫਾਹੀ ਤੋਂ ਤੂੰ ਬਚ ਜਾਵੇਂ। ਅੱਜ ਤੀਜੇ ਸਲੋਕ ਦੀ ਆਰੰਭਤਾ ਕਰਦਿਆਂ ਸਾਹਿਬ ਕਹਿੰਦੇ ਨੇ, ਤਰਨਾ ਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ, ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ। ਤਰਨਾਪੋ ਤੋਂ ਭਾਵ ਹੁੰਦਾ ਹੈ ਜਵਾਨੀ। ਤਰੁਣਾ ਕਹਿੰਦੇ ਨੇ ਜਵਾਨ ਨੂੰ, ਤਰਨੇ ਕਹਿੰਦੇ ਨੇ ਬਹੁ ਵਚਨ ਜਵਾਨ। ਤਰਨਾ ਵੀ ਜਵਾਨ ਤੇ ਤਰੁਣੇ ਵੀ ਜਵਾਨ। ਬਸ ਫਰਕ ਇੰਨਾ ਕਿ ਤਰਨਾ ਸਿੰਗੂਲਰ ਹੈ ਤੇ ਤਰੁਣੇ ਜਦੋਂ ਆ ਜਾਵੇ ਤੇ ਬਹੁ ਵਚਨ ਬਣ ਜਾਂਦਾ ਹੈ, ਪਲੂਰਲ ਬਣ ਜਾਂਦਾ ਹੈ, ਕਈ ਜਵਾਨ। ਤਰੁਣਾ ਇੱਕ ਜਵਾਨ ਤੇ ਤਰਨਾਪੋ ਜਵਾਨੀ। ਜਰਾ ਤੋਂ ਭਾਵ ਹੁੰਦਾ ਹੈ ਬੁਢਾਪਾ। ਜਰਾ ਤੋਂ ਭਾਵ ਹੈ ਬਿਰਧ ਅਵਸਥਾ। ਜਰਾ ਤੋਂ ਭਾਵ ਹੈ ਬਜ਼ੁਰਗੀ। ਤਾਂ ਸਾਹਿਬ ਇੱਥੇ ਬਚਨ ਕਰਦੇ ਨੇ ਕਿ ਤਰਨਾਪੋ ਇਉਂ ਹੀ ਗਇਓ, ਭਾਵ ਕਿ ਜਵਾਨੀ ਇੱਦਾਂ ਹੀ ਚਲੀ ਗਈ। ਕਿਵੇਂ ਚਲੀ ਗਈ ਜੀ? ਗੁਣ ਗੋਬਿੰਦ ਗਾਇਓ ਨਹੀਂ, ਹਾਂ ਇੱਦਾਂ ਚਲੀ ਗਈ। ਜੋ ਬਚਨ ਉੱਪਰ ਕਰਕੇ ਆਏ ਨੇ ਨਾ ਸਾਹਿਬ, ਉੱਧਰ ਇਸ਼ਾਰਾ ਕਰਦਿਆਂ ਕਹਿੰਦੇ ਨੇ ਕਿ ਆਹ ਜਵਾਨੀ ਜਿਹੜੀ ਹੈ ਨਾ ਇਉਂ ਹੀ ਗਇਓ, ਐਵੇਂ ਚਲੀ ਗਈ ਹੈ, ਇੱਦਾਂ ਚਲੀ ਗਈ। ਕਿਵੇਂ ਕਿ ਗੁਣ ਗੋਬਿੰਦ ਗਾਏ ਹੀ ਨਹੀਂ, ਬਿਨਾਂ ਗੋਬਿੰਦ ਦੇ ਗੁਣ ਗਾਇਆ ਆ ਜਵਾਨੀ ਗਈ। ਵਿਖਿਆਨ ਸਿਉ ਕਾਹੇ ਰਚਿਓ, ਆ ਵਿਖਿਆਨ ਦੇ ਨਾਲ ਰਚਿਆ ਹੋਇਆਂ ਹੀ ਜਵਾਨੀ ਚਲੀ ਗਈ, ਇਉਂ ਗਈ, ਇੱਦਾਂ ਲੰਘ ਗਈ ਤੇ ਐਵੇਂ ਬੇਅਰਥ ਲੰਘ ਗਈ। ਬੁਢਾਪਾ ਆ ਗਿਆ, ਜਰਾ ਤਨ ਦੇ ਉੱਤੇ ਪ੍ਰਭਾਵ ਪਾਉਣ ਲੱਗਾ, ਜਰਾ ਨੇ ਤਨ ਨੂੰ ਜਿੱਤ ਲਿਆ। ਹੁਣ ਇੱਥੇ ਧਿਆਨ ਰੱਖਣਾ, ਅੱਖਰੀ ਅਰਥ ਨੇ ਇਹ, ਸ਼ਬਦੀ ਅਰਥ, ਅੱਖਰੀ ਅਰਥ ਇਹ ਨੇ ਕਿ ਉਹ ਭਲਿਆ ਜਵਾਨੀ ਤੇਰੀ ਐਵੇਂ ਹੀ ਬੇਪਰਵਾਹੀ ਵਿੱਚ ਬਿਨਾਂ ਗੁਣ ਗਾਏ ਅਤੇ ਵਿਖਿਆਨ ਦੇ ਨਾਲ ਰਚਿਆਂ ਹੀ ਚਲੀ ਗਈ, ਲੰਘ ਗਈ। ਤੇ ਇਸ ਤਨ ਨੂੰ, ਇਸ ਸਰੀਰ ਨੂੰ ਬੁਢਾਪੇ ਨੇ ਆ ਕੇ ਜਿੱਤ ਲਿਆ ਹੈ। ਭਾਵ ਕਿ ਸਰੀਰ ਦੇ ਹਰ ਅੰਗ ਦੇ ਉੱਤੇ ਬੁਢਾਪੇ ਨੇ ਆਪਣਾ ਹੱਕ ਜਮਾ ਲਿਆ ਹੈ, ਆਪਣਾ ਪ੍ਰਭਾਵ ਪਾ ਲਿਆ ਹੈ। ਇਸ ਵਾਸਤੇ ਆਖ ਨਾਨਕ ਉਹ ਮੇਰੇ ਮਨ ਉਸ ਹਰੀ ਪ੍ਰਭੂ ਨੂੰ ਯਾਦ ਕਰ, ਕਿਉਂਕਿ ਤੇਰੇ ਜੀਵਨ ਦਾ ਸਮਾਂ ਲੰਘਦਾ ਜਾ ਰਿਹਾ ਹੈ। ਔਦ ਤੋਂ ਭਾਵ ਹੁੰਦਾ ਹੈ ਸਮਾਂ, ਔਦ ਤੋਂ ਭਾਵ ਹੁੰਦਾ ਹੈ ਉਮਰ। ਤੇਰੀ ਉਮਰ ਲੰਘਦੀ ਜਾ ਰਹੀ ਹੈ, ਤੇਰੀ ਉਮਰ ਬੀਤਦੀ ਜਾਂਦੀ ਹੈ। ਹੁਣ ਇਹ ਅੱਖਰੀ ਅਰਥ ਨੇ। ਤੇ ਹੁਣ ਅੱਖਰੀ ਅਰਥ ਜਦੋਂ ਕਰਦੇ ਆ ਨਾ ਤੇ ਇੱਕ ਸਵਾਲ ਪੈਦਾ ਹੋ ਜਾਂਦਾ ਹੈ ਕਿ ਸਾਹਿਬ ਕਹਿੰਦੇ ਨੇ ਕਿ ਜਵਾਨੀ ਐਵੇਂ ਹੀ ਲੰਘ ਗਈ। ਇਹਦਾ ਮਤਲਬ ਜਿਹਦੀ ਜਵਾਨੀ ਲੰਘ ਗਈ ਹੈ, ਕੀ ਇਹ ਸਲੋਕ ਉਹਦੇ ਵਾਸਤੇ ਹੈ? ਸਵਾਲ ਇਹ ਬਣਦਾ ਹੈ ਕਿ ਇਹ ਸਲੋਕ ਉਹਨਾਂ ਲਈ ਹੈ ਜਿਨ੍ਹਾਂ ਦੀ ਜਵਾਨੀ ਲੰਘ ਗਈ ਹੈ, ਜਿਨ੍ਹਾਂ ਦੀ ਤਰਨਾਪੋ ਇਉਂ ਹੀ ਚਲੀ ਗਈ ਹੈ ਤੇ ਤਨ ਨੂੰ ਜਰਾ ਨੇ ਜਿੱਤ ਲਿਆ,
ਜਾਂ ਫਿਰ ਇਸ ਸ਼ਲੋਕ ਨੂੰ ਬੱਚਾ ਅਤੇ ਜਵਾਨ ਵੀ ਪੜ੍ਹ ਸਕਦਾ ਹੈ ਅਤੇ ਆਪਣੇ 'ਤੇ ਅਪਲਾਈ ਕਰ ਸਕਦਾ ਹੈ, ਲਾਗੂ ਕਰ ਸਕਦਾ ਹੈ। ਹੁਣ ਸਵਾਲ ਇਹ ਹੈ ਨਾ, ਅਤੇ ਜੇ ਅਸੀਂ ਇਹ ਅਰਥ ਸ਼ਬਦੀ ਕਰਾਂਗੇ, ਅੱਖਰੀ ਅਰਥ ਕਰਾਂਗੇ, ਤਾਂ ਸੁਭਾਵਕ ਹੈ ਬੱਚੇ ਅਤੇ ਜਵਾਨ ਦੇ ਉੱਤੇ ਇਹ ਲਾਗੂ ਹੀ ਨਹੀਂ ਹੋਣਗੇ, ਕਿਉਂਕਿ ਬੱਚੇ ਕੋਲ ਤਾਂ ਅਜੇ ਜਵਾਨੀ ਆਈ ਨਹੀਂ, ਅਤੇ ਜਵਾਨ ਬੰਦਾ ਜਿਹੜਾ ਹੈ ਉਹ ਕਹੇਗਾ ਮੇਰੇ ਤਨ ਨੂੰ ਕਿਹੜਾ ਅਜੇ ਜਰਾ ਨੇ ਜਿੱਤਿਆ, ਭਾਵ ਮੇਰੇ 'ਤੇ ਕਿਹੜਾ ਬਜ਼ੁਰਗੀ ਆ ਗਈ ਹੈ। ਸੋ ਇਸ ਵਾਸਤੇ ਜਦੋਂ ਅਸੀਂ ਅੱਖਰੀ ਅਰਥਾਂ 'ਤੇ ਰੁਕਾਂਗੇ ਤਾਂ ਕਈ ਸਵਾਲ ਸਾਡੇ ਸਾਹਮਣੇ ਹੋਣਗੇ। ਅੱਖਰੀ ਅਰਥਾਂ 'ਤੇ ਰੁਕ ਕੇ ਸਾਨੂੰ ਨਿਰਣਾ ਕਰਨਾ ਪਵੇਗਾ, ਆਹ ਸ਼ਬਦ ਔਰਤ ਵਾਸਤੇ ਹੈ, ਆਹ ਸ਼ਬਦ ਮਰਦ ਵਾਸਤੇ ਹੈ, ਆਹ ਸ਼ਬਦ ਬੱਚੇ ਵਾਸਤੇ ਹੈ, ਆਹ ਸ਼ਬਦ ਜਵਾਨ ਵਾਸਤੇ ਹੈ, ਆਹ ਸ਼ਬਦ ਬਜ਼ੁਰਗ ਵਾਸਤੇ ਹੈ। ਪਰ ਜਦੋਂ ਇਹਦੇ ਭਾਵ ਅਰਥਾਂ ਨੂੰ ਸਮਝੋਗੇ ਨਾ, ਤੇ ਫਿਰ ਇਹ ਸਾਰਿਆਂ 'ਤੇ ਅਪਲਾਈ ਹੁੰਦਾ ਹੈ। ਫਿਰ ਭਾਵੇਂ ਇਹਨੂੰ ਬੱਚਾ ਪੜ੍ਹੇ, ਭਾਵੇਂ ਇਹਨੂੰ ਜਵਾਨ ਪੜ੍ਹੇ, ਭਾਵੇਂ ਇਹਨੂੰ ਬਜ਼ੁਰਗ ਪੜ੍ਹੇ, ਮਨ ਨੂੰ ਸਾਹਮਣੇ ਰੱਖ ਕੇ ਪੜ੍ਹੇ, ਮੇਰੇ 'ਤੇ ਅਪਲਾਈ ਹੁੰਦਾ ਹੈ, ਮੇਰੇ 'ਤੇ ਲਾਗੂ ਹੁੰਦਾ ਹੈ। ਹੁਣ ਇਹਦੇ ਭਾਵ ਅਰਥਾਂ ਨੂੰ ਆਪਾਂ ਸਮਝੀਏ। ਤਰਨਾਪੋ ਤਾਂ ਆਪਾਂ ਸਮਝ ਲਿਆ ਜਵਾਨੀ ਹੈ। ਜਵਾਨੀ ਅਸੀਂ ਕਿਹਨੂੰ ਕਹਿੰਦੇ ਹਾਂ, ਬੁਢਾਪਾ ਅਸੀਂ ਕਿਹਨੂੰ ਕਹਿੰਦੇ ਹਾਂ। ਕਈ ਵਾਰ ਅਸੀਂ ਵੇਖਦੇ ਹਾਂ ਕਿ ਕੋਈ 70-80 ਸਾਲ ਦਾ ਬਜ਼ੁਰਗ ਹੈ, ਦਾੜਾ ਵੀ ਚਿੱਟਾ ਹੈ ਅਤੇ ਉਮਰ ਵੀ ਵੇਖਣ ਨੂੰ ਲੱਗਦੀ ਪਈ 70-80 ਸਾਲ, ਪਰ ਜਦੋਂ ਉਹ ਕੋਈ ਕੰਮ ਕਰਦਾ ਤੇ ਬੜੀ ਫੁਰਤੀ ਦੇ ਨਾਲ ਕਰਦਾ ਹੈ, ਬੜਾ ਫੁਰਤੀਲਾ ਹੈ, ਅਤੇ ਉਹਦੇ ਸਰੀਰ ਵਿੱਚ ਜਾਨ ਬੜੀ ਹੈ, ਤਾਕਤ ਬੜੀ ਹੈ। ਅਤੇ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਲੈ ਕਮਾਲ ਦੀ ਗੱਲ ਹੈ ਨਾ, ਉਮਰ ਭਾਵੇਂ 70-80 ਸਾਲ ਹੈ, ਪਰ ਇਹ ਤਾਂ ਜਵਾਨ ਪਿਆ ਅਜੇ, ਇਹ ਤਾਂ ਅਜੇ ਜਵਾਨ ਹੈ। ਹੁਣ ਬਜ਼ੁਰਗ ਨੂੰ ਅਸੀਂ ਜਵਾਨ ਕਹਿੰਦੇ ਹਾਂ। ਅਤੇ ਕਈ ਵਾਰ ਐਸਾ ਵੀ ਵੇਖਣ ਵਿੱਚ ਆਇਆ ਹੈ ਕਿ ਬੰਦਾ ਤਾਂ ਜਵਾਨ ਹੈ, ਉਮਰ ਤਾਂ ਅਜੇ 20-25 ਸਾਲ 30 ਸਾਲ ਹੈ, ਪਰ ਜਦੋਂ ਉਹਨੂੰ ਕੋਈ ਕੰਮ ਕਿਹਾ ਅਤੇ ਉਸ ਕੰਮ ਦੇ ਵਿੱਚ ਉਹਦੇ ਸਰੀਰ ਨੇ ਉਹਦਾ ਸਾਥ ਨਹੀਂ ਦਿੱਤਾ, ਭਾਵ ਉਹਦੇ ਕੋਲ ਤਾਕਤ ਨਹੀਂ, ਉਹਦੇ ਕੋਲ ਜ਼ੋਰ ਨਹੀਂ, ਉਹਦੇ ਅੰਦਰ ਬਲ ਹੈ ਨਹੀਂ, ਅਤੇ ਅਸੀਂ ਕਈ ਵਾਰ ਉਹਨੂੰ ਕਹਿ ਦਿੱਤਾ ਲੈ ਆਹ ਜਵਾਨੀ 'ਚ ਹੀ ਬੁੱਢੇ ਹੋਏ ਫਿਰਦੇ ਨੇ, ਇਹ ਜਵਾਨੀ 'ਚ ਹੀ ਬੁੱਢੇ ਹੋਏ ਫਿਰਦੇ ਨੇ। ਅਤੇ ਇੱਥੋਂ ਸਾਨੂੰ ਸਮਝ ਆ ਗਈ ਕਿ ਜਵਾਨੀ ਕਿਹਨੂੰ ਕਹਿੰਦੇ ਨੇ, ਇੱਥੋਂ ਸਮਝ ਆ ਗਈ ਬੁਢਾਪਾ ਕਿਹਨੂੰ ਕਹਿੰਦੇ ਨੇ। ਜਵਾਨੀ ਕਹਿੰਦੇ ਨੇ ਤਾਕਤ ਨੂੰ, ਜਵਾਨੀ ਕਹਿੰਦੇ ਨੇ ਪਾਵਰ ਨੂੰ, ਜਵਾਨੀ ਕਹਿੰਦੇ ਨੇ ਸ਼ਕਤੀ ਨੂੰ, ਜਵਾਨੀ ਕਹਿੰਦੇ ਨੇ ਐਨਰਜੀ ਨੂੰ, ਅਤੇ ਬੁਢਾਪਾ ਕਹਿੰਦੇ ਨੇ ਵੀਕਨੈਸ ਨੂੰ, ਬੁਢਾਪਾ ਕਹਿੰਦੇ ਨੇ ਕਮਜ਼ੋਰੀ ਨੂੰ। ਬਸ ਜਿੱਥੇ ਕਮਜ਼ੋਰੀ ਆ ਗਈ ਉੱਥੇ ਬੁਢਾਪਾ ਹੈ, ਅਤੇ ਜਿੱਥੇ ਐਨਰਜੀ ਆ ਗਈ, ਸ਼ਕਤੀ ਆ ਗਈ, ਤਾਕਤ ਆ ਗਈ, ਬਲ ਆ ਗਿਆ, ਉੱਥੇ ਜਵਾਨੀ ਹੈ। ਅਤੇ ਹੁਣ ਜਦੋਂ ਆਪਾਂ ਇਹ ਗੱਲ ਨੂੰ ਸਮਝ ਲਿਆ, ਅਤੇ ਹੁਣ ਮਨ ਦੇ ਨਾਲ ਇਹਦਾ ਸੰਬੰਧ ਹੈ। ਮਨ ਨੂੰ ਅਸੀਂ ਗੱਲ ਕਰ ਰਹੇ ਹਾਂ, ਮਨ ਨੂੰ ਅਸੀਂ ਕੁਝ ਕਹਿ ਰਹੇ ਹਾਂ, ਸਤਿਗੁਰੂ ਵੀ ਮਨ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਤਾਂ ਫਿਰ ਇੱਥੇ ਹੁਣ ਬਾਹਰੀ ਸਰੀਰਕ ਜਵਾਨੀ ਜਾਂ ਬੁਢਾਪੇ ਦੀ ਗੱਲ ਨਹੀਂ ਹੈ। ਹੁਣ ਇੱਥੇ ਗੱਲ ਹੈ ਮਨ ਦੀ ਜਵਾਨੀ ਦੀ, ਮਨ ਦੇ ਬੁਢਾਪੇ ਦੀ। ਅਤੇ ਅਸੀਂ ਇਹ ਗੱਲ ਸਮਝੀ ਕਿ ਤਾਕਤ ਜਿਹੜੀ ਹੈ, ਬਲ ਜਿਹੜਾ ਹੈ, ਸ਼ਕਤੀ ਜਿਹੜੀ ਹੈ, ਇਹ ਜਵਾਨੀ ਹੈ, ਕਮਜ਼ੋਰੀ ਜਿਹੜੀ ਹੈ, ਵੀਕਨੈਸ ਜਿਹੜੀ ਹੈ, ਇਹ ਬੁਢਾਪਾ ਹੈ। ਹੁਣ ਗੱਲ ਮਨ 'ਤੇ ਲਿਆਈਏ। ਸਾਹਿਬ ਕਹਿੰਦੇ ਉਹ ਮਨਾ, ਆ ਤੇਰੀ ਜਵਾਨੀ, ਆ ਤੇਰੀ ਸ਼ਕਤੀ, ਆ ਤੇਰੀ ਐਨਰਜੀ ਇਉਂ ਹੀ ਗਇਓ। ਹੁਣ ਦੇਖੋ ਇੱਥੇ ਮੋਟੀਵੇਸ਼ਨ ਹੈ ਕਿ ਨਹੀਂ, ਦੇਖੋ ਇੱਥੇ ਕੋਈ ਉਪਰਾਮਤਾ ਹੈ, ਇੱਥੇ ਕੋਈ ਉਦਾਸੀ ਹੈ। ਗੁਰਬਾਣੀ ਤਾਂ ਸਾਨੂੰ ਮੋਟੀਵੇਟ ਕਰਦੀ ਹੈ, ਉਤਸ਼ਾਹਿਤ ਕਰਦੀ ਹੈ। ਸੋ ਇਸ ਵਾਸਤੇ ਇੱਥੇ ਮਨ ਨੂੰ ਕਿਹਾ ਜਾ ਰਿਹਾ, ਉਹ ਮਨਾ ਆ ਤੇਰੀ ਸ਼ਕਤੀ, ਆ ਤੇਰੀ ਐਨਰਜੀ, ਆ ਤੇਰੀ ਜਵਾਨੀ, ਆ ਤੇਰਾ ਬਲ ਇਉਂ ਹੀ ਗਇਓ, ਇੱਦਾਂ ਹੀ ਚਲਾ ਗਿਆ, ਗੁਣ ਗੋਬਿੰਦ ਦੇ ਗਾਈ ਹੀ ਨਹੀਂ, ਅਤੇ ਐਵੇਂ ਹੀ ਝੂਠੇ ਅਤੇ ਜ਼ਹਿਰੀਲੇ ਪਦਾਰਥਾਂ ਦੇ ਨਾਲ ਤੂੰ ਮੋਹ ਪਾਈ ਬੈਠਾ ਹੈ, ਉਹਨਾਂ ਦੇ ਵਿੱਚ ਹੀ ਤੂੰ ਮਸਤ ਹੋਇਆ ਫਿਰਦਾ ਹੈ। ਇਉਂ ਤੇਰੀ ਜਵਾਨੀ, ਤੇਰਾ ਬਲ, ਤੇਰੀ ਐਨਰਜੀ ਚਲੀ ਗਈ। ਅਤੇ ਜਦੋਂ ਐਨਰਜੀ ਗਈ, ਅਤੇ ਫਿਰ
लियो जरा तन जीत। आ तेरे तन नूं जित लिया है कमज़ोरी ने, बुढ़ापे ने। तेरे अंदर दा जिहड़ा बल सी, अंदर दी जिहड़ी ताकत सी, एनर्जी सी, वो तो लंघ गई, वो तो बीत गई, वो तो खत्म हो गई। इस वास्ते साहिब कहते ने कहो नानक, आख नानक भज हर। याद कर उस हरि नूं मना, ओ मेरे मन औद जात है बीत। औद हुण कहंदे ने उमर नूं। ਜਦੋਂ ਅਸੀਂ ਮਨ ਦੀ ਗੱਲ ਕਰਾਂਗੇ ਤੇ ਮਨ ਦੀ ਉਮਰ ਮਨ ਦੀ ਮਿਆਦ ਹੈ, ਜਿਹਨੂੰ ਅਸੀਂ ਲਿਮਟ ਕਹਿ ਦਿੰਦੇ ਹਾਂ। ਜਿਹਨੂੰ ਅਸੀਂ ਲਿਮਟ ਕਹਿ ਦਿੰਦੇ ਹਾਂ, ਮਨ ਦੀ ਲਿਮਟ ਹੈ। ਮਨ ਦੀ ਲਿਮਟ ਕੀ ਹੈ? ਤਨ ਦੇ ਨਾਲ ਸੰਬੰਧ ਹੈ। 5 ਤੱਤਾਂ ਦਾ ਇਹ ਬਣਿਆ ਤਨ। ਇੱਕ ਵੀ ਤੱਤ ਵੱਖਰਾ ਹੋਇਆ ਤੇ 4 ਤੱਤ ਖਿੱਲਰ ਜਾਂਦੇ ਨੇ। ਜਦੋਂ ਇਹ 5 ਤੱਤ ਖਿੱਲਰਦੇ ਨੇ ਤੇ ਫਿਰ ਮਨ ਰਹਿ ਨਹੀਂ ਜਾਂਦਾ। ਮਨ ਦੀ ਜਿਹੜੀ ਲਿਮਟ ਹੈ ਉਹ ਤਨ ਦੇ ਨਾਲ, ਸਰੀਰ ਦੇ ਨਾਲ ਸੰਬੰਧ ਰੱਖਦੀ ਹੈ। ਇਸ ਵਾਸਤੇ ਮਨ ਨੂੰ ਕਿਹਾ ਜਾ ਰਿਹਾ ਉਹ ਭਲਿਆ ਆ ਤੇਰੀ ਉਮਰ ਬੀਤਦੀ ਜਾਂਦੀ ਆ। ਮਨ ਨੂੰ ਕਿਹਾ ਜਾ ਰਿਹਾ ਤੇਰੀ ਲਿਮਟ ਮੁੱਕਦੀ ਜਾਂਦੀ ਆ, ਖਤਮ ਹੁੰਦੀ ਜਾਂਦੀ ਆ। ਕਦੇ ਇਹਦੇ ਵੱਲ ਧਿਆਨ ਮਾਰ ਲੈ। ਨੰਬਰ 4 ਸ਼ਲੋਕ ਆਰੰਭ ਕਰਦਿਆਂ ਮੇਰੇ ਸਾਹਿਬ ਜੀ ਕਹਿੰਦੇ ਨੇ, ਬਿਰਧ ਭਇਓ ਸੂਝੈ ਨਹੀਂ, काल पहुँचियो आना। कहो नानक नर बावरे, क्यों ना भजै भगवान। बिरध भयो, बिरध तो भाव बुढ़ा बजुर्ग, भयो तो भाव हो गया। सूझै नहीं, सुझदा ही नहीं, भाव दिमाग हुण काम ही नहीं करता। ਤੇ ਕਾਲ ਤੋਂ ਭਾਵ ਹੁੰਦਾ ਹੈ ਮੌਤ। ਕਾਲ ਤੋਂ ਭਾਵ ਹੁੰਦਾ ਹੈ ਟਾਈਮ, ਸਮਾਂ। ਪਹੁੰਚਿਓ ਆਣ, ਆ ਪਹੁੰਚਿਆ। ਤੇ ਕਹੋ ਨਾਨਕ, ਆਖ ਨਾਨਕ ਨਰ ਬਾਵਰੇ, ਆ ਬਾਵਰੇ ਨਰ, ਆ ਮਨੁੱਖ ਬਾਵਰੇ, ਕਿਉਂ ਨਾ ਭਜੈ ਭਗਵਾਨ। ਭਾਵ ਇਹਦਾ ਆਖਰੀ ਅਰਥ ਇਹ ਹੈ, ਜਦੋਂ ਬੁੱਢਾ ਹੋ ਗਿਆ ਤਾਂ ਮੌਤ ਦਾ ਸਮਾਂ ਨੇੜੇ ਆ ਪਹੁੰਚਣ 'ਤੇ ਕੁਝ ਸੁੱਝਦਾ ਹੀ ਨਹੀਂ, ਮਤਲਬ ਕਿ ਅਕਲ ਕੰਮ ਕਰਦੀ ਹੀ ਨਹੀਂ। ਇਸ ਲਈ ਆਖ ਨਾਨਕ, ਹੇ ਮਨ, ਫਿਰ ਵੀ ਇਹ ਕਮਲਾ ਮਨੁੱਖ ਕਿਉਂ ਨਹੀਂ ਉਸ ਪ੍ਰਭੂ ਭਗਵਾਨ ਨੂੰ ਯਾਦ ਕਰਦਾ, ਕਿਉਂ ਨਹੀਂ ਗੁਣਾਂ ਨਾਲ ਸਾਂਝ ਪਾਉਂਦਾ। ਇਹ ਸੀ ਅੱਖਰੀ ਅਰਥ। ਪਰ ਹੁਣ ਆਪਾਂ ਭਾਵ ਅਰਥਾਂ ਵੱਲ ਜਾਈਏ ਤੇ ਭਾਵ ਅਰਥ ਕਰਨ ਲੱਗਿਆ ਮਨ ਸਾਹਮਣੇ ਹੈ ਤੇ ਮਨ ਨੂੰ ਕਿਹਾ ਜਾ ਰਿਹਾ ਉਹ ਮਨਾ ਬਿਰਧ ਭਇਓ। ਤੇ ਮਨ ਦਾ ਬਿਰਧ ਹੋਣਾ ਕੀ ਹੈ? ਮਨ ਦਾ ਬਿਰਧ ਹੋਣਾ ਹੈ ਸੈਲਫ ਕੌਨਫੀਡੈਂਸ ਡਾਊਨ ਹੋ ਜਾਣਾ। ਜੀ ਹਾਂ, ਮਨ ਦਾ ਬਿਰਧ ਹੋਣਾ, ਮਨ ਦਾ ਬੁੱਢਾ ਹੋਣਾ ਹੈ ਮਨੋਬਲ ਡਿੱਗ ਜਾਣਾ। ਆਪਾਂ ਬਾਣੀ ਦਾ ਬਚਨ ਪੜ੍ਹਦੇ ਹਾਂ ਨਾ, ਸਾਹਿਬ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਗੁਰਮੁਖ ਤੇ ਬੁੱਢੇ ਕਦੇ ਹੁੰਦੇ ਹੀ ਨਹੀਂ। ਹੁਣ ਜੇ ਅਸੀਂ ਦੁਨੀਆ ਦੀ ਗੱਲ ਕਰੀਏ, ਸੰਸਾਰ ਦੀ ਗੱਲ ਕਰੀਏ, ਤਾਂ ਕੋਈ ਹੈ ਇਹੋ ਜਿਹਾ ਜਿਹੜਾ ਉਮਰ 'ਤੇ ਭੋਗੇ ਪਰ ਬੁੱਢਾ ਨਾ ਹੋਵੇ? ਹੈ ਕੋਈ ਇਹੋ ਜਿਹਾ? ਨਹੀਂ। ਦੁਨੀਆ ਦੇ ਉੱਤੇ ਹਰ ਉਹ ਮਨੁੱਖ ਬੁੱਢਾ ਹੁੰਦਾ ਹੈ ਜਿਹੜਾ ਉਮਰ ਭੋਗਦਾ ਹੈ। ਉਮਰ ਤੋਂ ਪਹਿਲਾਂ ਚਲੇ ਜਾਣਾ ਗੱਲ ਹੋਰ ਹੈ, ਪਰ ਜਿਹੜਾ ਉਮਰ ਭੋਗੇ ਅਤੇ ਬੁੱਢਾ ਨਾ ਹੋਵੇ ਇਹ ਕਦੇ ਹੋ ਨਹੀਂ ਸਕਦਾ। ਪਰ ਹਾਂ, ਸਾਹਿਬ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ। ਜਿਹੜਾ ਗੁਰਮੁਖ ਹੈ ਨਾ, ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਿਆ ਹੈ, ਜਿਹੜਾ ਸੱਚ ਨਾਲ ਜੁੜਿਆ ਹੈ, ਉਹ ਕਦੇ ਬੁੱਢਾ ਹੁੰਦਾ ਹੀ ਨਹੀਂ। ਸਰੀਰ ਕਰਕੇ ਨਹੀਂ, ਮਨ ਕਰਕੇ ਬੁੱਢਾ ਨਹੀਂ ਹੁੰਦਾ। ਭਾਵ ਕਿ ਉਹਦਾ ਮਨੋਬਲ ਡਿੱਗਦਾ ਹੀ ਨਹੀਂ, ਉਹਦਾ ਸੈਲਫ ਕੌਨਫੀਡੈਂਸ ਜਿਹੜਾ ਹੈ ਉਹ ਡਾਊਨ ਹੁੰਦਾ ਹੀ ਨਹੀਂ। ਸਦਾ ਹੀ ਅਪ ਰਹਿੰਦਾ ਹੈ, ਉਹ ਸਦਾ ਹੀ ਜਵਾਨ ਰਹਿੰਦਾ ਹੈ। ਉਹਦੇ ਅੰਦਰ ਐਨਰਜੀ ਰਹਿੰਦੀ ਹੈ, ਉਹਦੇ ਅੰਦਰ ਤਾਕਤ ਰਹਿੰਦੀ ਹੈ, ਉਹਦੇ ਅੰਦਰ ਬਲ ਰਹਿੰਦਾ ਹੈ। ਸੋ ਇਸ ਵਾਸਤੇ ਮਨ ਨੂੰ ਕਿਹਾ ਜਾ ਰਿਹਾ ਉਹ ਮਨਾ ਬਿਰਧ ਭਇਓ। ਕਹਿੰਦੇ ਬੁੱਢਾ ਹੋ ਗਿਆ ਹੈ, ਮਨੋਬਲ ਸੁੱਟ ਬੈਠਾ ਹੈ, ਮਨੋਬਲ ਡਿੱਗ ਬੈਠਾ ਹੈ, ਤੇਰਾ ਸੈਲਫ ਕੌਨਫੀਡੈਂਸ ਜਿਹੜਾ ਡਾਊਨ ਹੋ ਗਿਆ ਹੈ। ਉਹ ਮੇਰੇ ਮਨਾ, ਜਦੋਂ ਤੇਰਾ ਸੈਲਫ ਕੌਨਫੀਡੈਂਸ ਡਾਊਨ ਹੁੰਦਾ ਹੈ ਉਦੋਂ ਤੇਰੀ ਅਕਲ ਕੰਮ ਨਹੀਂ ਕਰਦੀ, ਉਦੋਂ ਤੂੰ ਸਹੀ ਰਸਤਾ ਜਿਹੜਾ ਹੈ, ਸਹੀ ਵੇ ਜਿਹੜਾ ਹੈ ਨਾ ਉਹ ਪਕੜ ਨਹੀਂ ਪਾਉਂਦਾ। ਗਲਤ ਵੇ 'ਤੇ, ਰੌਂਗ ਵੇ 'ਤੇ ਚੱਲ ਪੈਣਾ ਹੈ, ਗਲਤ ਰਸਤੇ 'ਤੇ ਤੁਰ ਪੈਣਾ ਹੈ, ਪਾਪ ਵਾਲੇ ਰਾਹ 'ਤੇ ਤੁਰ ਪੈਣਾ ਹੈ, ਪਤਿਤ ਹੋ ਜਾਣਾ ਹੈ। ਅਤੇ ਤਰ੍ਹਾਂ ਤਰ੍ਹਾਂ ਦੇ ਭੈ, ਤਰ੍ਹਾਂ ਤਰ੍ਹਾਂ ਦੇ ਡਰ ਤੇਰੇ ਆਲੇ ਦੁਆਲੇ ਤੈਨੂੰ ਘੇਰ ਲੈਂਦੇ ਨੇ।
ते काल पहुँच्यो आण। मौत जिहड़ी है, मौत दा जिहड़ा टाइम है, समा है, वो तो आ पहुँचिया। यही तो है जदों बंदे दा मन मरदा है, आ बल डिगदा है ते तां ही तो बंदे दे मन दी मौत हुंदी है। ते जे ये आप रवे तो फिर थोड़ी मन मरदा है, फिर तो जवान है। कहो नानक आख नानक नर बावरे, ओ बावरे नर। बावरे तो भाव हुंदा है ना समझ, बावरे तो भाव हुंदा है कमला, बावरे तो भाव हुंदा वो कमले मन, वो बेसमझ मन। ओए बावरे नर, क्यों नहीं उस भगवान नूं याद करदा, क्यों नहीं उस मालक नूं चेते करदा, क्यों नहीं सच सिद्धांत नूं चितारदा, क्यों नहीं अटल नियम नूं ध्यान विच रखदा, क्यों नहीं उस सच दे नाल सांझ पाउंदा, क्यों नहीं उस हरि परमात्मा निरंकार जिहड़ा आद सच जुगाद सच है भी सच नानक होसी भी सच है ना, उन्होंने क्यों नहीं तू चेते करदा, क्यों ना भजै भगवान। गुरु करन किरपा, मेहर करन ते सानू इस बाणी दा मैसेज जिहड़ा है ना वो समझ विच आ जाए, ये बाणी दा संदेश समझ विच आ जाए। इस तरह लड़ीवार विचार दे नाल जुड़े रहियो। अज दी विचार इत्थे ही संपूर्ण करदे हां। अगली वीडियो दे विच अगले सलोकां दी विचार करांगे। होईयां भुल्लां दी खिमा। वाहिगुरू जी का खालसा, वाहिगुरू जी की फतेह।